ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰੀਆਂ ਪਿਛਲੀਆਂ 8 ਵੀਡੀਓਜ਼ ਤੋਂ ਆਪਾਂ ਗੱਲ ਕਰ ਰਹੇ ਹਾਂ ਅੰਗਰੇਜ਼ੀ ਭਾਸ਼ਾ ਦੇ ਟੈਂਸਸ ਦੀ, ਭਾਵ ਕਿ ਕਾਲ ਦੀ। 4 ਵੀਡੀਓ ਸਨ ਪ੍ਰੈਜ਼ੈਂਟ ਟੈਂਸ ਦੀਆਂ ਤੇ 4 ਹੀ ਸਨ ਪਾਸਟ ਦੀਆਂ। ਅੱਜ ਦੀ ਵੀਡੀਓ ਤੋਂ ਸ਼ੁਰੂਆਤ ਕਰਾਂਗੇ ਫਿਊਚਰ ਟੈਂਸ ਦੀ, ਭਾਵ ਕਿ ਭਵਿੱਖ ਕਾਲ ਦੀ। ਸੋ ਪਹਿਲਾਂ ਵੀ ਜਿਵੇਂ ਆਪਾਂ ਪ੍ਰੈਜ਼ੈਂਟ ਅਤੇ ਪਾਸਟ ਵਿੱਚ ਵੇਖਿਆ, ਸੋ ਦੋਵਾਂ ਦੀਆਂ 4-4 ਫਾਰਮ ਸੀ। ਸੋ ਫਿਊਚਰ ਦੀਆਂ ਵੀ 4 ਹੀ ਫਾਰਮਸ ਹੁੰਦੀਆਂ ਹਨ। ਇਹ ਹਨ ਸਿੰਪਲ ਫਿਊਚਰ ਟੈਂਸ, ਫਿਊਚਰ ਕੰਟੀਨਿਊਅਸ ਟੈਂਸ, ਫਿਊਚਰ ਪਰਫੈਕਟ ਟੈਂਸ ਤੇ ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ। ਅੱਜ ਦੀ ਵੀਡੀਓ ਵਿੱਚ ਗੱਲ ਹੋਵੇਗੀ ਸਿੰਪਲ ਫਿਊਚਰ ਟੈਂਸ ਦੀ ਜਾਂ ਫਿਰ ਫਿਊਚਰ ਇੰਡੈਫੀਨਿਟ ਟੈਂਸ ਦੀ। ਆਉਣ ਵਾਲੀਆਂ 3 ਵੀਡੀਓਜ਼ ਦੇ ਵਿੱਚ ਆਪਾਂ ਬਾਕੀ 3 ਫਾਰਮਸ ਦੀ ਗੱਲ ਕਰਾਂਗੇ। ਸੋ ਚਲੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਵੇਖਦੇ ਹਾਂ ਫਿਊਚਰ ਇੰਡੈਫੀਨਿਟ ਟੈਂਸ ਜਾਂ ਸਿੰਪਲ ਫਿਊਚਰ ਟੈਂਸ ਕੀ ਹੁੰਦਾ ਹੈ। ਸਿੰਪਲ ਫਿਊਚਰ ਟੈਂਸ ਅਨਿਸ਼ਚਿਤ ਭਵਿੱਖ ਕਾਲ। ਇਸ ਕਾਲ ਦੇ ਵਾਕਾਂ ਵਿੱਚ ਕੰਮ ਦੇ ਹੋਣ ਦਾ ਸਮਾਂ ਨਿਸ਼ਚਿਤ ਨਹੀਂ ਹੁੰਦਾ ਹੈ। ਉਹ ਦਿੱਲੀ ਜਾਵੇਗਾ, ਮੈਂ ਪੜਾਂਗੀ, ਬੱਚੇ ਖੇਡਣਗੇ। ਸੋ ਮੈਂ ਜਿੰਨੀਆਂ ਵੀ ਤੁਹਾਨੂੰ ਉਦਾਹਰਨਾਂ ਦਿੱਤੀਆਂ ਉਹਦੇ ਵਿੱਚ ਗਾ, ਗੀ, ਗੇ ਇਦਾਂ ਦੇ ਸ਼ਬਦ ਸਨ ਜਿਹੜੇ ਕਿ ਉਸ ਵਾਕ ਦਾ ਅੰਤ ਕਰ ਰਹੇ ਸਨ। ਸੋ ਜਦੋਂ ਵੀ ਤੁਹਾਡੇ ਕੋਲ ਕਿਸੇ ਵਾਕ ਦਾ ਅੰਤ ਇਦਾਂ ਦਾ ਹੁੰਦਾ ਹੈ, ਉਹਦਾ ਮਤਲਬ ਹੈ ਕਿ ਇਹ ਫਿਊਚਰ ਟੈਂਸ ਦਾ ਵਾਕ ਹੈ ਜਾਂ ਫਿਰ ਇਹ ਸਿੰਪਲ ਫਿਊਚਰ ਟੈਂਸ ਦਾ ਵਾਕ ਹੈ। The simple future tense refers to a time later than now. ਇਹਦੀ ਉਦਾਹਰਨ ਹੈ ਹਰਪ੍ਰੀਤ ਅਗਲੇ ਹਫਤੇ ਸਾਡੇ ਘਰ ਆਵੇਗੀ। ਸੋ ਹਰਪ੍ਰੀਤ will come to our house next week. ਕੋਈ ਵੀ ਅਜਿਹਾ ਕੰਮ ਜਾਂ ਫਿਰ ਘਟਨਾ ਜਿਹੜੀ ਕਿ ਹਜੇ ਨਹੀਂ ਹੋਈ ਹੈ ਪਰ ਫਿਊਚਰ ਦੇ ਵਿੱਚ ਹੋਵੇਗੀ, ਭਵਿੱਖ ਦੇ ਵਿੱਚ ਹੋਵੇਗੀ, ਉਹ ਵਾਕ ਜਿਹੜੇ ਇਸ ਚੀਜ਼ ਨੂੰ ਦਰਸਾਉਂਦੇ ਹਨ ਉਹ ਹੁੰਦੇ ਹਨ ਫਿਊਚਰ ਟੈਂਸ ਦੇ ਵਾਕ। It is also used to predict a future event. ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਘਟਨਾ ਦਾ ਅੰਦਾਜ਼ਾ ਲਾਉਣਾ ਜਾਂ ਫਿਰ ਉਹਦੀ ਭਵਿੱਖਬਾਣੀ ਕਰਨ ਦੇ ਲਈ ਵੀ ਆਪਾਂ ਇਸ ਟੈਂਸ ਦਾ ਇਸਤੇਮਾਲ ਕਰਦੇ ਹਾਂ। ਜਿਵੇਂ ਕਿ ਇਟ ਵਿਲ ਰੇਨ ਨੈਕਸਟ ਵੀਕ। ਕਈ ਵਾਰ ਆਪਾਂ ਅੰਦਾਜ਼ਾ ਲਾ ਕੇ ਕਹਿ ਦਿੰਦੇ ਹਾਂ ਕਿ ਮੀਂਹ ਅਗਲੇ ਹਫਤੇ ਪਵੇਗਾ। ਸੋ ਉਹਦੇ ਲਈ ਵੀ ਆਪਾਂ ਇਸੇ ਟੈਂਸ ਦਾ ਇਸਤੇਮਾਲ ਕਰਦੇ ਹਾਂ। ਸੋ ਅੱਜ ਉਹ ਕੰਮ ਨਹੀਂ ਹੋ ਰਿਹਾ ਹੈ, ਪਹਿਲਾਂ ਉਹ ਕੰਮ ਨਹੀਂ ਹੋ ਚੁੱਕਿਆ ਹੈ, ਭਵਿੱਖ ਵਿੱਚ ਹੋਵੇਗਾ। ਕਦੋਂ ਹੋਵੇਗਾ? ਨੇੜਲੇ ਭਵਿੱਖ ਵਿੱਚ ਹੋਵੇਗਾ, ਕੁਝ ਸਮਾਂ ਲੱਗੇਗਾ, ਕਿੰਨੇ ਚਿਰ ਲਈ ਹੋਵੇਗਾ, ਜਾਰੀ ਰਹੇਗਾ, ਨਹੀਂ ਰਹੇਗਾ, ਉਹ ਸਾਨੂੰ ਨਹੀਂ ਪਤਾ ਹੈ। ਪਰ ਇੱਕੋ ਹੀ ਅਜਿਹਾ ਕੰਮ ਜਿਹੜਾ ਕਿ ਅਨਿਸ਼ਚਿਤ ਰੂਪ ਵਿੱਚ ਆਪਾਂ ਕਹਿ ਰਹੇ ਹਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਉਹ ਹੁੰਦਾ ਹੈ ਸਿੰਪਲ ਫਿਊਚਰ ਟੈਂਸ ਦੇ ਵਾਕਾਂ ਦੇ ਵਿੱਚ। When it comes to first person like I and we, it is also used to express a spontaneous decision. ਜਦੋਂ ਆਪਾਂ ਪਹਿਲੇ ਪੁਰਖ ਭਾਵ ਕਿ ਆਏ ਅਤੇ ਵੀ ਦੀ ਗੱਲ ਕਰਦੇ ਹਾਂ, ਉੱਥੇ ਅਚਾਨਕ ਲਏ ਗਏ ਕਿਸੇ ਫੈਸਲੇ ਲਈ ਵੀ ਆਪਾਂ ਇਸੇ ਟੈਂਸ ਦਾ ਇਸਤੇਮਾਲ ਕਰਦੇ ਹਾਂ। ਜਿਵੇਂ ਕਿ I'll pay for the vegetables by my card. ਇੱਥੇ ਭਵਿੱਖ ਵਿੱਚ ਹੋਣ ਵਾਲੀ ਘਟਨਾ ਦੀ ਗੱਲ ਨਹੀਂ ਹੋ ਰਹੀ ਹੈ, ਇੱਕ ਅਚਾਨਕ ਲਿਆ ਗਿਆ ਫੈਸਲਾ ਹੈ ਕਿ ਮੈਂ ਕਾਰਡ ਦੇ ਰਾਹੀਂ ਇਹਨਾਂ ਸਬਜ਼ੀਆਂ ਦੇ ਪੈਸੇ ਭਰ ਦੇਵਾਂਗਾ। ਸੋ ਸਿੰਪਲ ਫਿਊਚਰ ਟੈਂਸ ਦੇ ਰੂਲ ਕੀ ਕਹਿੰਦੇ ਹਨ? ਸਭ ਤੋਂ ਪਹਿਲਾਂ ਆਉਂਦਾ ਹੈ ਸਬਜੈਕਟ, ਫਿਰ ਆਉਂਦਾ ਹੈ ਸ਼ੈਲ ਅਤੇ ਵਿਲ। ਇਹ ਤੋਂ ਪਹਿਲਾਂ ਕਿ ਆਪਾਂ ਇਹਨੂੰ ਥੋੜਾ ਵਿਸਤਾਰ ਨਾਲ ਜਾਣੀਏ, ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਸ਼ੈਲ ਅਤੇ ਵਿਲ ਤੋਂ ਹੀ ਡਿਨੋਟ ਹੁੰਦਾ ਹੈ ਕਿ ਇਹ ਫਿਊਚਰ ਟੈਂਸ ਹੈ। ਸੋ ਸਾਰੇ ਦੀਆਂ ਸਾਰੀਆਂ ਫਾਰਮਸ ਫਿਊਚਰ ਦੀਆਂ ਜਿਹੜੀਆਂ ਹਨ ਉਹਨਾਂ ਵਿੱਚ ਸ਼ੈਲ ਅਤੇ ਵਿਲ ਆਵੇਗਾ ਹੀ ਆਵੇਗਾ। ਜਦੋਂ ਵੀ ਕਿਸੇ ਵਾਕ ਵਿੱਚ ਸ਼ੈਲ ਅਤੇ ਵਿਲ ਲਿਖਿਆ ਹੁੰਦਾ ਹੈ, ਉਸੇ ਤੋਂ ਹੀ ਕਲੀਅਰ ਹੁੰਦਾ ਹੈ ਕਿ ਇਹ ਭਵਿੱਖ ਕਾਲ ਦਾ ਵਾਕ ਹੈ। ਸੋ ਸਬਜੈਕਟ ਪਲੱਸ ਸ਼ੈਲ ਅਤੇ ਵਿਲ ਪਲੱਸ ਵਰਬ ਦੀ ਫਸਟ ਫਾਰਮ ਅਤੇ ਪਲੱਸ ਆਬਜੈਕਟ। ਸੋ ਸਬਜੈਕਟ, ਸ਼ੈਲ ਜਾਂ ਵਿਲ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ, ਇਹ ਹੁੰਦਾ ਹੈ ਤੁਹਾਡਾ ਸਿੰਪਲ ਫਿਊਚਰ ਟੈਂਸ ਦੇ ਲਈ ਪਹਿਲਾ ਰੂਲ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ੈਲ ਅਤੇ ਵਿਲ ਦੀ। ਆਈ ਅਤੇ ਵੀ, ਮੈਂ ਜਾਂ ਅਸੀਂ, ਜਦੋਂ ਇਹ ਤੁਹਾਡੇ ਕੋਲ ਸਬਜੈਕਟ ਹੈ ਉੱਥੇ ਤੁਸੀਂ ਲਾਉਣਾ ਹੈ ਸ਼ੈਲ ਅਤੇ ਬਾਕੀ ਸਭ ਦੇ ਨਾਲ ਤੁਸੀਂ ਲਾਉਣਾ ਹੈ ਵਿਲ। ਸੋ ਆਈ ਅਤੇ ਵੀ ਨਾਲ ਸ਼ੈਲ ਦਾ ਇਸਤੇਮਾਲ ਹੋਵੇਗਾ। ਬਾਕੀ ਭਾਵੇਂ ਸੈਕੰਡ ਪਰਸਨ ਹੈ, ਥਰਡ ਪਰਸਨ ਹੈ, ਹੀ, ਸ਼ੀ, ਇਟ, ਦੇ, ਯੂ ਜਾਂ ਕਿਸੇ ਦਾ ਨਾਮ ਹੈਗਾ, ਸਭ ਦੇ ਨਾਲ ਆਪਾਂ ਵਿਲ ਦਾ ਇਸਤੇਮਾਲ ਕਰਾਂਗੇ। ਇਹ ਹੈ ਜੀ ਇਹਦਾ ਪਹਿਲਾ ਰੂਲ। ਪਰ ਆਈ ਅਤੇ ਵੀ ਨਾਲ ਵਿਲ ਵੀ ਲੱਗਦਾ ਹੈ ਤੇ ਬਾਕੀ ਸਾਰਿਆਂ ਨਾਲ ਸ਼ੈਲ ਵੀ ਲੱਗਦਾ ਹੈ। ਜਦੋਂ ਵੀ ਅਸੀਂ ਕਿਸੇ ਆਗਿਆ ਦੀ ਗੱਲ ਕਰਨੀ ਹੈ, ਜਦੋਂ ਵੀ ਅਸੀਂ ਕਿਸੇ ਆਰਡਰ ਦੀ ਗੱਲ ਕਰਨੀ ਹੈ, ਜਦੋਂ ਵੀ ਅਸੀਂ ਕਿਸੇ ਕੰਮ ਨੂੰ ਪੂਰਾ ਸਹੀ ਤਰੀਕੇ ਨਾਲ ਦੱਸਣ ਦੀ ਕਿ ਇਹ ਕੰਮ ਜ਼ਰੂਰੀ ਹੋਣਾ ਚਾਹੀਦਾ ਹੈ, ਜਦੋਂ ਉਦਾਂ ਕਹਿੰਦੇ ਹਾਂ, ਸੋ ਉਦੋਂ ਆਈ ਅਤੇ ਵੀ ਨਾਲ ਵਿਲ ਲੱਗ ਜਾਂਦਾ ਹੈ ਤੇ ਬਾਕੀ ਸਭ ਨਾਲ ਸ਼ੈਲ ਲੱਗ ਜਾਂਦਾ ਹੈ। ਗ੍ਰਾਮਰ ਵਿੱਚ ਭਾਵੇਂ ਆਈ ਅਤੇ ਵੀ ਨਾਲ ਸ਼ੈਲ ਦੀ ਵਰਤੋਂ ਹੋ ਰਹੀ ਹੈ, ਪਰ ਅੱਜ ਕੱਲ ਬੋਲਚਾਲ ਦੀ ਬੋਲੀ ਵਿੱਚ ਆਪਾਂ ਵਿਲ ਦਾ ਹੀ ਇਸਤੇਮਾਲ ਕਰਨ ਲੱਗੇ ਹਾਂ। ਸੋ ਭਾਵੇਂ ਤੁਸੀਂ ਆਈ ਸ਼ੈਲ ਕਹਿ ਦਵੋ ਜਾਂ ਫਿਰ ਆਈ ਵਿਲ ਕਹਿ ਦਵੋ, ਦੋਵੇਂ ਹੀ ਠੀਕ ਹੁੰਦੇ ਹਨ। ਇਸ ਤੋਂ ਇਲਾਵਾ ਜਦੋਂ ਆਪਾਂ ਵਿਲ ਦੀ ਵਰਤੋਂ ਕਰਦੇ ਹਾਂ ਪ੍ਰੋਨਾਉਂਸ ਭਾਵ ਕਿ ਪੜਨਾਵਾਂ ਦੇ ਨਾਲ, ਸੋ ਉੱਥੇ ਕੁਝ ਕੰਟਰੈਕਸ਼ਨਸ ਹੁੰਦੀਆਂ ਹਨ, ਭਾਵ ਕਿ ਆਪਾਂ 2 ਸ਼ਬਦਾਂ ਦੀ ਬਜਾਏ ਇੱਕ ਸ਼ਬਦ ਦੀ ਵਰਤੋਂ ਕਰਦੇ ਹਾਂ। ਸੋ ਆਈ ਵਿਲ ਕਹਿਣ ਦੀ ਬਜਾਏ ਆਪਾਂ ਆਈ ਅਪੋਸਟ੍ਰੋਫੀ ਅਤੇ ਫਿਰ ਡਬਲ ਐਲ ਦੀ ਵਰਤੋਂ ਕਰਾਂਗੇ। ਸੋ ਇਹ ਬਣ ਜਾਵੇਗਾ ਆਇਲ। ਸੋ ਜੇ ਆਪਾਂ ਕਹਿਣਾ ਹੋਵੇ I will go to school tomorrow, ਇਹਦੀ ਬਜਾਏ ਆਪਾਂ ਕਵਾਂਗੇ
I'll go to school tomorrow। ਸੋ ਜਦੋਂ ਵੀ ਆਪਾਂ will ਦੀ ਵਰਤੋਂ I, we, you, he, she ਦੇ ਨਾਲ ਕਰਨੀ ਹੈ, ਸਾਰੇ ਦੇ ਸਾਰੇ ਕੰਟਰੈਕਟ ਹੋ ਕੇ ਛੋਟੀ ਫਾਰਮ ਵਿੱਚ ਬਣ ਜਾਣਗੇ। ਜਦੋਂ ਆਪਾਂ ਇਹਨਾਂ ਕੰਟਰੈਕਸ਼ਨਸ ਦੀ ਗੱਲ ਕਰਦੇ ਹਾਂ, ਇਹ ਸਿਰਫ ਤੇ ਸਿਰਫ ਪ੍ਰੋਨਾਊਨ ਨਾਲ ਹੁੰਦੀਆਂ ਹਨ। ਸੋ ਜੇ ਤੁਸੀਂ ਕਿਸੇ ਨਾਮ ਨੂੰ ਵਰਤ ਰਹੇ ਹੋ, ਉੱਥੇ ਆਪਾਂ ਇਦਾਂ ਕੰਟਰੈਕਸ਼ਨ ਨਹੀਂ ਕਰਨੀ ਹੈ। ਇੱਥੇ ਇੱਕ ਹੋਰ ਕੰਟਰੈਕਸ਼ਨ ਆਉਂਦੀ ਹੈ will not ਦੀ। ਸੋ ਇਹ ਬਣ ਜਾਂਦਾ ਹੈ won't। ਜੇ ਆਪਾਂ ਕਹਿਣਾ ਹੋਵੇ they will not go to school tomorrow, ਸੋ will not ਨੂੰ ਆਪਾਂ won't ਕਰ ਦੇਵਾਂਗੇ ਅਤੇ ਇਹੀ ਸੈਂਟੈਂਸ ਬਣ ਜਾਵੇਗਾ they won't go to school tomorrow। ਹੁਣ ਆਪਾਂ ਗੱਲ ਕਰਦੇ ਹਾਂ ਆਪਣੀਆਂ ਉਦਾਹਰਨਾਂ ਦੀ। ਆਪਣੀ ਉਦਾਹਰਨ ਸਭ ਤੋਂ ਪਹਿਲੀ ਹੈ ਮੁੰਡੇ ਫੁੱਟਬਾਲ ਖੇਡਦੇ ਹਨ, ਫਿਰ ਇਸੇ ਤਰ੍ਹਾਂ ਅੰਮ੍ਰਿਤ ਫੁੱਟਬਾਲ ਖੇਡਦਾ ਹੈ। ਸੋ ਜਦੋਂ ਆਪਾਂ ਫਿਊਚਰ ਟੈਂਸ ਵਿੱਚ ਉਹਨੂੰ ਲਿਖਣਾ ਹੈ ਤਾਂ ਆਪਾਂ ਲਿਖਾਂਗੇ ਮੁੰਡੇ ਫੁੱਟਬਾਲ ਖੇਡਣਗੇ। ਇਸੇ ਤਰੀਕੇ ਨਾਲ ਹੀ ਅੰਮ੍ਰਿਤ ਫੁੱਟਬਾਲ ਖੇਡੇਗਾ। ਪਹਿਲਾਂ ਗੱਲ ਕਰਦੇ ਹਾਂ ਮੁੰਡੇ ਫੁੱਟਬਾਲ ਖੇਡਣਗੇ। ਸੋ ਇੱਥੇ ਸਾਡਾ ਰੂਲ ਕੀ ਕਹਿੰਦਾ ਹੈ, ਸਬਜੈਕਟ ਪਲੱਸ ਸ਼ੈਲ ਜਾਂ ਫਿਰ ਵਿਲ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਬਜੈਕਟ। ਸੋ ਸਬਜੈਕਟ ਸਭ ਤੋਂ ਪਹਿਲਾਂ ਆਵੇਗਾ, ਸਾਡੇ ਕੋਲ ਇੱਥੇ ਮੁੰਡੇ ਹੈ ਸੋ ਲੱਗ ਗਿਆ ਬॉयਜ਼। ਉਸ ਤੋਂ ਬਾਅਦ ਵਿੱਚ ਆਵੇਗਾ ਸ਼ੈਲ ਜਾਂ ਫਿਰ ਵਿਲ। I ਅਤੇ V ਸਾਡੇ ਕੋਲ ਸਬਜੈਕਟ 'ਚ ਨਹੀਂ ਹਨ, ਬਾਕੀ ਸਭ ਦੇ ਨਾਲ will ਲੱਗਦਾ ਹੈ, ਸੋ ਇੱਥੇ ਵੀ will ਹੀ ਲੱਗੇਗਾ। ਸੋ boys will, verb ਦੀ ਫਰਸਟ ਫਾਰਮ, verb ਸਾਡੇ ਕੋਲ ਕੀ ਹੈ, ਕੀ ਕਿਰਿਆ ਹੋ ਰਹੀ ਹੈ, ਖੇਡਣਾ। ਸੋ ਖੇਡਣ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਾਂ play, ਸੋ boys will play। ਆਬਜੈਕਟ ਸਾਡੇ ਕੋਲ ਕੀ ਹੈ, ਫੁੱਟਬਾਲ, ਸੋ boys will play football। ਇਸੇ ਤਰੀਕੇ ਨਾਲ ਹੀ ਅੰਮ੍ਰਿਤ ਫੁੱਟਬਾਲ ਖੇਡੇਗਾ। ਸੋ ਸਬਜੈਕਟ ਸਾਡੇ ਕੋਲ ਹੈ ਅੰਮ੍ਰਿਤ, I ਅਤੇ V ਸਾਡੇ ਕੋਲ ਨਹੀਂ ਹੈ, ਸੋ ਸ਼ੈਲ ਨਹੀਂ ਲੱਗੇਗਾ। ਸੋ ਅੰਮ੍ਰਿਤ ਦੇ ਨਾਲ ਵੀ ਲੱਗੇਗਾ will, ਸੋ ਅੰਮ੍ਰਿਤ will play football। ਸੋ ਇੱਕ ਸਾਡੇ ਕੋਲ ਆ ਗਿਆ boys will play football, ਫਿਰ ਆ ਗਿਆ ਅੰਮ੍ਰਿਤ will play football। ਜੇ ਤੁਸੀਂ ਧਿਆਨ ਦਿਓ ਤੁਹਾਡਾ ਸਿਰਫ ਸਬਜੈਕਟ ਬਦਲਿਆ ਹੈ, ਪ੍ਰੈਡੀਕੇਟ ਸੇਮ ਟੂ ਸੇਮ ਰਿਹਾ ਹੈਗਾ। ਪਰ ਹੁਣ ਜੇ ਆਪਾਂ ਲਾਉਣਾ ਹੋਵੇ ਸ਼ੈਲ, ਸੋ ਉੱਥੇ ਆਪਾਂ ਵਰਤਾਂਗੇ I ਅਤੇ V। ਸੋ I ਦੀ ਗੱਲ ਕਰਦੇ ਹਾਂ, ਸੇਮ ਹੀ ਸੈਂਟੈਂਸ ਜੇ ਸਾਡੇ ਕੋਲ ਹੋਵੇ ਮੈਂ ਫੁੱਟਬਾਲ ਖੇਡਾਂਗੀ, ਸੋ I ਸ਼ੈਲ ਅਤੇ ਵਿਲ ਵਿੱਚੋਂ ਲੱਗੇਗਾ ਸ਼ੈਲ, ਕਿਉਂਕਿ I ਅਤੇ V ਨਾਲ ਸ਼ੈਲ ਲੱਗਦਾ ਹੈ। ਸੋ I shall play football। ਇਸੇ ਤਰੀਕੇ ਨਾਲ ਹੀ we shall play football, ਮੈਂ ਫੁੱਟਬਾਲ ਖੇਡਾਂਗੀ, ਅਸੀਂ ਫੁੱਟਬਾਲ ਖੇਡਾਂਗੇ। ਸੋ ਇੱਥੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ, ਸ਼ੈਲ ਅਤੇ ਵਿਲ ਦਾ ਸਿੰਗੂਲਰ ਜਾਂ ਪਲੂਰਲ ਵਰਗਾ ਕੇਸ ਨਹੀਂ ਹੈ। ਇੱਥੇ I V ਨਾਲ ਜਦੋਂ ਵੀ ਲੱਗਣਾ ਹੈ ਸ਼ੈਲ ਲੱਗਣਾ ਹੈ, ਬਾਕੀ ਸਭ ਦੇ ਨਾਲ ਆਪਾਂ ਵਿਲ ਦੀ ਹੀ ਵਰਤੋਂ ਕਰਨੀ ਹੈ। ਅਗਾਂਹ ਵਧਦੇ ਹਾਂ ਤੇ ਵੇਖਦੇ ਹਾਂ ਨਾਵਾਚਕ ਵਾਕਾਂ ਨੂੰ, ਭਾਵ ਕਿ ਨੈਗੇਟਿਵ ਸੈਂਟੈਂਸਿਸ ਨੂੰ। ਸੋ ਜਦੋਂ ਵੀ ਆਪਾਂ ਕਿਸੇ ਚੀਜ਼ ਵਿੱਚ ਨਹੀਂ ਕਹਿਣਾ ਹੋਵੇ, ਸੋ ਜੇ ਆਪਾਂ ਕਹਿਣਾ ਹੋਵੇ ਮੁੰਡੇ ਫੁੱਟਬਾਲ ਨਹੀਂ ਖੇਡਣਗੇ ਜਾਂ ਫਿਰ ਅੰਮ੍ਰਿਤ ਫੁੱਟਬਾਲ ਨਹੀਂ ਖੇਡੇਗਾ, ਸੋ ਇਹਦੇ ਲਈ ਸਾਡੇ ਕੋਲ ਰੂਲ ਹੁੰਦਾ ਹੈ ਨਾਟ ਨੂੰ ਲਾਉਣ ਦਾ। ਸੋ ਸਿੰਪਲ ਫਿਊਚਰ ਟੈਂਸ ਦੇ ਵਿੱਚ ਸਾਡਾ ਰੂਲ ਬਣਦਾ ਹੈ ਨੈਗੇਟਿਵ ਸੈਂਟੈਂਸਿਸ ਦੇ ਲਈ ਸਬਜੈਕਟ ਪਲੱਸ ਸ਼ੈਲ ਜਾਂ ਫਿਰ ਵਿਲ ਪਲੱਸ ਨਾਟ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਬਜੈਕਟ। ਸੋ ਪਹਿਲੀ ਸਾਡੀ ਉਦਾਹਰਨ ਹੈ ਮੁੰਡੇ ਫੁੱਟਬਾਲ ਨਹੀਂ ਖੇਡਣਗੇ। ਸੋ boys, ਸ਼ੈਲ ਅਤੇ ਵਿਲ ਦੀ ਮੈਂ ਦੱਸ ਚੁੱਕੀ ਹਾਂ ਕਿ ਇੱਥੇ will ਲੱਗੇਗਾ, ਸੋ boys will not play football। ਸੋ boys will not play football, will not ਦੀ ਆਪਾਂ ਕੰਟਰੈਕਸ਼ਨ ਕਰ ਦਿੰਨੇ ਹੁੰਨੇ ਆ, ਸੋ boys won't play football। ਇਸੇ ਤਰੀਕੇ ਨਾਲ ਹੀ ਅੰਮ੍ਰਿਤ ਫੁੱਟਬਾਲ ਨਹੀਂ ਖੇਡੇਗਾ, ਸੋ ਅੰਮ੍ਰਿਤ will not play football, ਅੰਮ੍ਰਿਤ won't play football। ਹੁਣ ਜਦੋਂ ਸ਼ੈਲ ਦੀ ਗੱਲ ਕਰਨੀ ਹੈ, ਮੈਂ ਫੁੱਟਬਾਲ ਨਹੀਂ ਖੇਡਾਂਗੀ, ਸੋ I shall not play football। ਸੋ ਨੈਗੇਟਿਵ ਸੈਂਟੈਂਸਿਸ ਤੋਂ ਬਾਅਦ ਆਉਂਦੇ ਹਨ ਇੰਟਰੋਗੇਟਿਵ ਸੈਂਟੈਂਸ, ਪ੍ਰਸ਼ਨਵਾਚਕ ਵਾਕ, ਜਿੱਥੇ ਕਿ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ, ਕੋਈ ਸਵਾਲ ਖੜਾ ਹੁੰਦਾ ਹੈ। ਸੋ ਇੱਥੇ ਆਪਾਂ ਪੁੱਛਾਂਗੇ ਕਿ ਉਹ ਫੁੱਟਬਾਲ ਨਹੀਂ ਖੇਡਣਗੇ, ਕਿ ਮੈਂ ਫੁੱਟਬਾਲ ਨਹੀਂ ਖੇਡਾਂਗੀ, ਕਿ ਤੁਸੀਂ ਫੁੱਟਬਾਲ ਨਹੀਂ ਖੇਡੋਗੇ। ਸੋ ਜਦੋਂ ਇਦਾਂ ਦੇ ਵਾਕ ਆਉਂਦੇ ਹਨ, ਉੱਥੇ ਆਪਣਾ ਰੋਲ ਹੁੰਦਾ ਹੈ ਵਿਲ ਅਤੇ ਸ਼ੈਲ ਨੂੰ ਅਗਾਂਹ ਲੈ ਕੇ ਆਉਣ ਦਾ। ਆਪਾਂ ਆਮ ਤੌਰ ਤੇ ਵੇਖਦੇ ਹਾਂ ਆਕਸਿਲਰੀ ਅਗਾਂਹ ਆ ਜਾਂਦੀ ਹੈ ਜਦੋਂ ਆਪਾਂ ਇੰਟਰੋਗੇਟਿਵ ਸੈਂਟੈਂਸ ਬਣਾਉਂਦੇ ਹਾਂ। ਸੋ ਇੱਥੇ ਆਪਾਂ ਸ਼ੈਲ ਅਤੇ ਵਿਲ ਨੂੰ ਵੀ ਅਗਾਂਹ ਲੈ ਆਵਾਂਗੇ। ਸੋ ਸ਼ੈਲ ਜਾਂ ਫਿਰ ਵਿਲ ਪਲੱਸ ਸਬਜੈਕਟ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਬਜੈਕਟ। ਸੋ ਇੱਥੇ ਆਪਾਂ ਜੇ ਕਹਿਣਾ ਹੋਵੇ ਕਿ ਮੁੰਡੇ ਫੁੱਟਬਾਲ ਖੇਡਣਗੇ, ਸੋ ਇੱਥੇ ਆਪਾਂ ਲਿਖਾਂਗੇ will, ਕਿਉਂਕਿ boys ਜਿਹੜਾ ਸਬਜੈਕਟ ਹੈ ਸਾਡੇ ਕੋਲ ਉਹਦੇ ਨਾਲ will ਲੱਗੇਗਾ। ਸੋ will boys ਫਰਸਟ ਫਾਰਮ ਲੱਗ ਗਈ play ਅਤੇ ਫਿਰ ਫੁੱਟਬਾਲ ਅਤੇ ਪਿੱਛੇ ਲੱਗ ਗਿਆ ਕੁਐਸਚਨ ਮਾਰਕ। ਸੋ will boys play football। ਇਸੇ ਤਰੀਕੇ ਨਾਲ ਜਦੋਂ ਅੰਮ੍ਰਿਤ ਦੀ ਗੱਲ ਹੁੰਦੀ ਹੈ, ਸੋ will ਅੰਮ੍ਰਿਤ play football ਅਤੇ ਪਿੱਛੇ ਲੱਗ ਗਿਆ ਕੁਐਸਚਨ ਮਾਰਕ। ਇਸ ਤੋਂ ਬਾਅਦ ਵਿੱਚ ਗੱਲ ਕਰਦੇ ਹਾਂ ਸ਼ੈਲ ਦੀ। ਸੋ ਜੇ ਆਪਾਂ ਕਹਿਣਾ ਹੈ ਕਿ ਮੈਂ ਫੁੱਟਬਾਲ ਖੇਡਾਂਗੀ, ਕਿ ਅਸੀਂ ਫੁੱਟਬਾਲ ਖੇਡਾਂਗੇ, ਸੋ ਉੱਥੇ ਆਪਾਂ ਕਹਿਣਾ ਹੈ shall I play football, shall we
play football ਦੋਵਾਂ ਦੇ ਪਿੱਛੇ ਲੱਗ ਜਾਊਗਾ question mark। ਸੋ ਇਸ ਤਰੀਕੇ ਦੇ ਨਾਲ ਤੁਹਾਡੇ ਅਫਰਮੇਟਿਵ ਸੈਂਟੈਂਸ ਬਣੇ subject plus shall ਜਾਂ ਫਿਰ will plus verb ਦੀ first form plus object। ਨੈਗੇਟਿਵ ਤੁਹਾਡੇ ਕੋਲ ਹੋਇਆ subject plus shall ਜਾਂ ਫਿਰ will plus not plus verb ਦੀ first form plus object। ਇੰਟੈਰੋਗੇਟਿਵ ਤੁਹਾਡੇ ਕੋਲ ਬਣਦੇ ਹਨ shall ਜਾਂ ਫਿਰ will plus subject plus verb ਦੀ first form plus object ਅਤੇ ਪਿੱਛੇ ਲੱਗ ਜਾਂਦਾ ਹੈ question mark। ਹੁਣ ਲੈ ਲੈਂਦੇ ਹਾਂ ਇਹਦੀਆਂ ਕੁਝ ਹੋਰ ਐਗਜ਼ਾਮਪਲਸ। ਰੋਹਨ will not play cricket, Sheetal will study tomorrow, she will watch TV, you will not fail the test, will you come with me, Pooja won't attend the function, Parminder will take his books। ਸੋ ਇਸ ਤਰ੍ਹਾਂ ਤੁਸੀਂ ਵੇਖਿਆ ਕਿ ਸਿੰਪਲ ਫਿਊਚਰ ਟੈਂਸ ਦੇ ਰੂਲ ਬਹੁਤ ਹੀ ਸੌਖੇ ਹਨ, ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ। ਸ਼ੈਲ ਵਿਲ ਦਾ ਧਿਆਨ ਰੱਖਣਾ ਹੈਗਾ। ਦੇਖੋ ਸ਼ੈਲ ਵਿਲ ਦੇ ਵਿੱਚ ਕਾਫੀ ਡਿਫਰੈਂਸਿਸ ਹੁੰਦੇ ਹਨ, ਪਰ ਇਹਨਾਂ ਦੀ ਗੱਲ ਆਪਾਂ ਜਦੋਂ ਆਕਸਿਲਰੀਜ਼ ਵੇ ਦੇ ਕਰਾਂਗੇ ਉੱਥੇ ਆਪਾਂ ਕਰ ਸਕਦੇ ਹਾਂ। ਹਜੇ ਜੇ ਬੇਸਿਕ ਟੈਂਸਸ ਦੀ ਗੱਲ ਕੀਤੀ ਜਾਵੇ ਸੋ ਤੁਸੀਂ ਸਿਰਫ ਆਈ ਵੀ ਦਾ ਧਿਆਨ ਦੇਣਾ ਹੈ। ਜੇ ਉਹ ਲੱਗਿਆ ਹੋਇਆ ਤਾਂ ਸ਼ੈਲ ਲੱਗੇਗਾ, ਅਦਰਵਾਈਜ਼ ਸਾਰੀ ਬਾਕੀ ਸਬਜੈਕਟਸ ਦੇ ਨਾਲ ਵਿਲ ਦਾ ਹੀ ਇਸਤੇਮਾਲ ਹੋਵੇਗਾ। ਸੋ ਬਹੁਤ ਸਾਰੇ ਐਗਜ਼ਾਮਪਲਸ ਲੱਭਣ ਦੀ ਕੋਸ਼ਿਸ਼ ਕਰੋ, ਜਿੰਨਾ ਹੋ ਸਕੇ ਉਹਨਾਂ ਨੂੰ ਆਪਣੇ ਆਪ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰੋ। ਜਿੱਥੇ ਤੁਹਾਨੂੰ ਲੱਗ ਰਿਹਾ ਹੈ ਕਿ ਥੋੜੀ ਜਿਹੀ ਦਿੱਕਤ ਲੱਗਦੀ ਹੈ ਤੁਸੀਂ ਮੈਨੂੰ ਕਮੈਂਟ ਵੀ ਕਰ ਸਕਦੇ ਹੋ। ਸੋ ਅੱਜ ਦੀ ਵੀਡੀਓ ਜੋ ਤੁਹਾਨੂੰ ਪਸੰਦ ਆਈ ਹੈ ਲਾਈਕ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਦੇ ਲਈ ਧੰਨਵਾਦ।